संतन की रेन प्यारे, हम संतन की सरना, संत हमारी ओट सताणी, संत हमारा गहना। भाग हुआ गुर संत मिलाया, प्रभ अविनाशी घर मह पाया। सेव करी पल चसा न विछड़ा, जन नानक दास तुम्हारे जियो। हाँ कोली जियो कोल कुमाई, जन नानक दास तुम्हारे जियो। परम सन्मानयोग साहेब श्री गुरु ग्रंथ साहिब जी दी पावन पवित्र हजूरी अंदर सुभाएमान गुरु रूप गुरु खालसा साध संगत जी, प्यार सहित फतेह दी सांझ करिए। सारे माई भाई गज के आखो जी वाहेगुरु जी का खालसा, वाहेगुरु जी की फतेह। सतगुरु जी ने अपार कृपा बख्शिश रहमत की है। सत्कारयोग बाबा बलबीर सिंह जी, उन्हां वल्लों समुचियां ही सिख संगतां दे सहयोग नाल संप्रदाय राड़ा साहब जी दे सहयोग नाल, महापुरखां दे सहयोग नाल, संत बाबा ईश्वर सिंह जी राड़ा साहब वाले महापुरखां दी मिठी अते निੱਘੀ याद नूं ताज़ा करदिआं हर साल की तरह इस वार भी उन्हां वल्लों महान गुरमत समागम करवाए जा रहे हैं। साध संगत जी, संप्रदाय राड़ा साहब जी दे गुरु के कीर्तनियां ने आपां नूं रस भिन्ने कीर्तन दे नाल छरछार कीता है। और जिवें बाबा जी दर्शा रहे सी कि संत बाबा राम सिंह जी जिन्हां दी अवस्था 102 साल दी हो गई है, छटेई दे उत्ते सुभाएमान हन। सतगुरु पातशाह जी ने गुरबाणी दे अंदर जिक्र किया है, 68 तीर्थ जह साध पग धरहे, तहा बैकुंठ जह नाम उचरहे। जिथे परमेश्वर दे प्यारे अपने मुबारक चरण रखते ने, साध संगत जी ओही 68 तीर्थ है। उथे 68 तीर्थ हाजिर हुंदे ने।
ਉਹ ਬੈਕੁੰਠ ਧਾਮ ਹੈ ਜਿੱਥੇ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ। ਔਰ ਸਤਿਗੁਰੂ ਜੀ ਦੀ ਕਿਰਪਾ ਨਾਲ ਅੱਜ ਆਪਾਂ ਜਿੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ, ਉੱਥੇ ਸਤਿਗੁਰਾਂ ਦੇ ਦਰੋਂ ਘਰੋਂ ਵਰਸਾਏ ਪਰਮੇਸ਼ਰ ਦੇ ਪਿਆਰਿਆਂ ਦੇ ਵੀ ਆਪਾਂ ਨੂੰ ਦਰਸ਼ਨ ਦੀਦਾਰ ਹੋ ਰਹੇ ਨੇ। ਇਹ ਬਹੁਤ ਵੱਡੀ ਕਿਰਪਾ ਹੈ ਆਪਣੇ ਤੇ। ਕਈ ਵਾਰ ਐਸਾ ਵੀ ਹੁੰਦਾ ਹੈ ਕਿ ਆਪਾਂ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਸਥਾਨਾਂ ਤੇ ਜਾਈਏ ਤੇ ਕਈ ਵਾਰ ਦਰਸ਼ਨ ਪ੍ਰਾਪਤ ਨਹੀਂ ਹੁੰਦੇ। ਪਰ ਸਾਧ ਸੰਗਤ ਜੀ, ਅੱਜ ਐਸਾ ਇਹ ਸੁਹਾਵਣਾ ਸਮਾਂ ਜਿੱਥੇ ਗੁਰੂ ਕੇ ਸੰਗਤ ਦੇ ਦਰਸ਼ਨ ਦੀਦਾਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ, ਉੱਥੇ ਨਾਮ ਦੇ ਰਸੀਏ ਸੇਵਾ ਦੇ ਪੁੰਜ ਮਹਾਂਪੁਰਖਾਂ ਦੇ ਦਰਸ਼ਨ ਦੀਦਾਰ ਵੀ ਹੋ ਰਹੇ ਨੇ। ਔਰ ਸਤਿਕਾਰਯੋਗ ਬਾਬਾ ਬਲਬੀਰ ਸਿੰਘ ਜੀ ਦਰਸਾ ਰਹੇ ਸੀ ਕਿ ਕਈ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਸੰਤ ਕੋਈ ਹੈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਪਿਆਰੇ ਗੁਰਸਿੱਖ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਧਨ ਧਰਤੀ ਓ ਥਾਉ ਧਨ, ਗੁਰਸਿੱਖ ਸਾਧੂ ਪੈਰ ਧਰੰਦਾ। ਜਿੱਥੇ ਗੁਰਸਿੱਖ ਸਾਧੂ ਆਪਣੇ ਮੁਬਾਰਕ ਚਰਨ ਰੱਖਦਾ ਹੈ, ਉਹ ਧਰਤੀ ਧਨਤਾ ਦੇ ਯੋਗ ਹੈ। ਉਹ ਥਾਂ ਵੀ ਧਨਤਾ ਦੇ ਯੋਗ ਹੈ। ਚਰਨ ਧੂੜ ਪ੍ਰਧਾਨ ਕਰ, ਸੰਤ ਵੇਦ ਜਸ ਗਾਵ ਸੁਣੰਦਾ। ਸਾਧ ਸੰਗਤ ਜੀ, ਸੰਗਤ ਵਿੱਚ ਆ ਕਰਕੇ, ਗੁਰੂ ਦਾ ਸੰਗ ਕਰਕੇ, ਪਰਮੇਸ਼ਰ ਦੇ ਪਿਆਰਿਆਂ ਦਾ ਸੰਗ ਕਰਕੇ ਸਾਨੂੰ ਪ੍ਰਾਪਤ ਹੁੰਦੀ ਹੈ ਚਰਨ ਧੂੜੀ। ਗੁਰੂ ਘਰ ਦੇ ਅੰਦਰ ਚਰਨ ਧੂੜ ਜਿਹੜੀ ਇਹ ਪ੍ਰਧਾਨ ਹੈ, ਮੁੱਖ ਹੈ। ਚਰਨ ਧੂੜੀ ਦਾ ਅੰਗ ਲਿਆ ਜਾਂਦਾ ਹੈ ਨਿਮਰਤਾ। ਗੁਰੂ ਘਰ ਦੇ ਅੰਦਰ ਉਹ ਬੰਦਾ ਪ੍ਰਵਾਨ ਹੁੰਦਾ ਹੈ ਜਿਹੜਾ ਬੰਦਾ ਨਿਮਰਤਾ ਨੂੰ ਧਾਰਨ ਕਰਦਾ ਹੈ, ਜਿਸ ਦੇ ਮਨ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਹੈ ਔਰ ਗੁਰੂ ਕੀ ਬਾਣੀ ਪੜ੍ਹਨ ਵਾਲਿਆਂ ਦਾ, ਗੁਰੂ ਕੀ ਬਾਣੀ ਦਾ ਪ੍ਰਚਾਰ ਕਰਨ ਵਾਲਿਆਂ ਦਾ ਅਦਬ ਸਤਿਕਾਰ ਹੈ, ਉਹ ਬੰਦਾ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਸੰਤ ਵੇਦ ਜਸ ਗਾਵ ਸੁਣੰਦਾ। ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਅਤੇ ਵੇਦ ਦਾ ਅਰਥ ਹੈ ਗਿਆਨਵਾਨ। ਸਾਧ ਸੰਗਤ ਜੀ, ਮਹਾਂਪੁਰਖ ਅਤੇ ਗਿਆਨੀ ਜਨ ਉਸ ਵਾਹਿਗੁਰੂ ਦਾ ਜਸ ਗਾ ਕਰਕੇ ਸਾਨੂੰ ਸਰਵਣ ਕਰਵਾਉਂਦੇ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਜੀਵਨ ਪੜ੍ਹੀਏ ਤੇ ਸਤਿਗੁਰਾਂ ਦੇ ਜੀਵਨ ਅੰਦਰ ਐਸਾ ਜ਼ਿਕਰ ਆਉਂਦਾ ਹੈ
ਜਿੱਥੇ ਹਜੂਰ ਗੁਰੂ ਅੰਗਦ ਸਾਹਿਬ ਜੀ ਨੇ 7 ਸਾਲ ਮਹਾਨ ਕਠਿਨ ਘਾਲਣਾ ਘਾਲੀ ਅਤੇ ਸੇਵਾ ਦਾ ਨਮੂਨਾ ਪੇਸ਼ ਕੀਤਾ ਵੀ ਸੇਵਾ ਕਿਵੇਂ ਕਰਨੀ ਹੈ ਗੁਰੂ ਦੀ। ਹਰੇਕ ਹੁਕਮ ਮੰਨਿਆ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਰਾਜ ਯੋਗ ਨੂੰ ਪ੍ਰਾਪਤ ਕੀਤਾ। ਉੱਥੇ ਅਨਨ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੂੰ ਵੀ ਇਹ ਬਚਨ ਕੀਤਾ ਸੀ। ਹਜੂਰ ਨੇ ਕਿਹਾ ਸੀ, ਬੁੱਢਿਆ ਤੈਨੂੰ ਅੱਖੋਂ ਓਲੇ ਨਾ ਕਰਸਾਂ, ਮੈਂ ਤੁਹਾਨੂੰ ਆਪਣੀਆਂ ਅੱਖਾਂ ਤੋਂ ਪਾਸੇ ਨਹੀਂ ਕਰਾਂਗਾ, ਮੈਂ ਸਦਾ ਹੀ ਤੁਹਾਨੂੰ ਆਪਣੀਆਂ ਅੱਖਾਂ ਦੇ ਸਨਮੁਖ ਰੱਖਾਂਗਾ ਅਤੇ ਤੁਸੀਂ ਸਦਾ ਹੀ ਮੇਰੀਆਂ ਅੱਖਾਂ ਦੇ ਸਾਹਮਣੇ ਰਹੋਗੇ। ਸਾਧ ਸੰਗਤ ਜੀ, ਇਤਿਹਾਸ ਨੇ ਬੜਾ ਵਿਸ਼ਾਲ ਜ਼ਿਕਰ ਕੀਤਾ ਹੈ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਪ੍ਰਾਪਤ ਕਰਕੇ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਏ। ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਮਾਤਾ ਵਰਾਈ ਜੀ ਦੇ ਘਰ ਵਿੱਚ ਪ੍ਰਵੇਸ਼ ਕੀਤਾ ਤੇ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਅਸੀਂ ਅੰਦਰ ਪ੍ਰਵੇਸ਼ ਕਰਕੇ ਸਮਾਧੀ ਵਿੱਚ ਸਥਿਤ ਹੋਣਾ ਹੈ ਤੇ ਤੁਸੀਂ ਕਿਸੇ ਨੂੰ ਦੱਸਣਾ ਨਹੀਂ। ਆਹ ਦਰਵਾਜ਼ਾ ਬੰਦ ਕਰਕੇ ਤੇ ਬਾਹਰੋਂ ਇਹਨੂੰ ਲੇਪ ਲਾ ਦੇਣਾ ਹੈ। ਮਾਤਾ ਵਰਾਈ ਜੀ ਨੇ ਹੁਕਮ ਮੰਨ ਕੇ ਸਾਧ ਸੰਗਤ ਜੀ ਇਸੇ ਤਰ੍ਹਾਂ ਕੀਤਾ। ਜਦੋਂ ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸਮਾਧੀ ਸਥਿਤ ਹੋਏ, ਮਾਤਾ ਜੀ ਨੇ ਦਰਵਾਜ਼ਾ ਬੰਦ ਕਰਕੇ ਬਾਹਰੋਂ ਲੇਪ ਲਾ ਦਿੱਤਾ। ਇਤਿਹਾਸ ਨੇ ਜ਼ਿਕਰ ਕੀਤਾ ਜਦੋਂ ਸੰਗਤ ਵਿਆਕੁਲ ਹੋਈ ਤੇ ਉਸ ਵੇਲੇ ਸੰਗਤ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਬਚਨ ਕੀਤਾ ਸੀ ਕਿ ਅਸੀਂ ਤੁਹਾਡੇ ਤੋਂ ਓਲੇ ਨਹੀਂ ਹੋਵਾਂਗੇ, ਤੁਸੀਂ ਸਾਡੇ ਤੋਂ ਓਲੇ ਨਹੀਂ ਹੋਵੋਗੇ। ਹੁਣ ਆਪ ਕਿਰਪਾ ਕਰਕੇ ਗੁਰੂ ਸਾਹਿਬ ਜੀ ਨੂੰ ਲੱਭ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਾਓ। ਸਾਧ ਸੰਗਤ ਜੀ ਉਸ ਵੇਲੇ ਸੰਗਤ ਦੇ ਨਾਲ ਚੱਲੇ, ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਏ। ਮਾਤਾ ਵਰਾਈ ਜੀ ਦੇ ਘਰ ਵਿੱਚ ਆ ਕਰਕੇ ਮਾਤਾ ਜੀ ਨੂੰ ਪੁੱਛਿਆ, ਪਰ ਮਾਤਾ ਜੀ ਬੋਲੇ ਨਹੀਂ। ਹਜੂਰ ਦੇ ਬਚਨ ਦੀ ਪਾਲਣਾ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਘਰ ਦੇ ਅੰਦਰ 4 ਚੁਫੇਰੇ ਨਜ਼ਰ ਦੌੜਾਈ ਤੇ ਜਿੱਥੇ ਮਾਤਾ ਨੇ ਦਰਵਾਜ਼ੇ ਦੇ ਉੱਤੇ ਲੇਪ ਕੀਤਾ ਸੀ ਨਾ, ਸਾਧ ਸੰਗਤ ਜੀ ਉਹ ਲੇਪ ਜਿਹੜਾ ਸੀ ਤੇੜਾ ਛੱਡ ਗਿਆ, ਤੇੜਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਮਝ ਗਏ ਵੀ ਇੱਥੇ ਕੋਠੇ ਨੂੰ ਦਰਵਾਜ਼ਾ ਹੈ। ਉਸ ਵੇਲੇ ਲੇਪ ਪਾਸੇ ਕਰਕੇ ਦਰਵਾਜ਼ਾ ਖੋਲ੍ਹ ਕੇ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ। ਹਜੂਰ ਜਦੋਂ ਸਮਾਧੀ ਤੋਂ ਉਥਾਨ ਹੋਏ ਤੇ ਉਸ ਵੇਲੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਤੇ ਬਿਠਾਇਆ। ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ। ਸਮਾਂ ਆਇਆ ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਦੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਨੇ 12 ਸਾਲ ਸੇਵਾ ਕੀਤੀ ਹੈ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਅੰਦਰ। ਔਰ ਸਾਧ ਸੰਗਤ ਜੀ ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ,
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਲੱਤ ਮਾਰੀ, ਸਿੰਘਾਸਣ ਤੋਂ ਥੱਲੇ ਸੁੱਟ ਦਿੱਤਾ। ਬਜ਼ੁਰਗ ਅਵਸਥਾ ਸੀ ਔਰ ਬੜੇ ਕ੍ਰੋਧ ਦੇ ਨਾਲ ਕਹਿਣ ਲੱਗੇ ਕਿ ਤੁਸੀਂ ਹੁਣ ਇਹ ਨਗਰ ਛੱਡ ਕੇ ਇੱਥੋਂ ਚਲੇ ਜਾਓ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਛਹਿਰਾ ਪਰਨਾ ਲਿਆ, ਕਿਸੇ ਨੂੰ ਦੱਸਿਆ ਤੱਕ ਨਹੀਂ, ਆਪਣੇ ਨਗਰ ਬਾਸਰ ਕੇ ਆ ਗਏ। ਬਾਹਰ ਵਾਰ ਸਾਧ ਸੰਗਤ ਜੀ ਕੋਠਾ ਸੀ, ਉਹਦਾ ਦਰਵਾਜ਼ਾ ਬੰਦ ਕਰਕੇ ਦਰਵਾਜ਼ੇ ਦੇ ਉੱਤੇ ਲਿਖ ਕੇ ਲਾ ਦਿੱਤਾ ਕਿ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ। ਔਰ ਸਾਧ ਸੰਗਤ ਜੀ ਜਿਸ ਵੇਲੇ ਸੰਗਤਾਂ ਫਿਰ ਵਿਆਕਲ ਹੋਈਆਂ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਤੋਂ ਬਗੈਰ ਫਿਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਆਪ ਕਿਰਪਾ ਕਰੋ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਵਾਓ। ਬਾਬਾ ਜੀ ਸੰਗਤਾਂ ਨੂੰ ਨਾਲ ਲੈ ਕੇ, ਕੁਝ ਵਿਦਵਾਨਾਂ ਨੇ ਘੋੜੀ ਦਾ ਵੀ ਜ਼ਿਕਰ ਕੀਤਾ ਹੈ ਵੀ ਬਾਬਾ ਜੀ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਘੋੜੀ ਛੱਡੀ, ਘੋੜੀ ਅੱਗੇ ਅੱਗੇ ਚੱਲੀ ਹੈ, ਪਿੱਛੇ ਬਾਬਾ ਜੀ ਤੇ ਸੰਗਤ ਜਾ ਰਹੀ ਹੈ ਔਰ ਘੋੜੀ ਉਸ ਕੋਠੇ ਦੇ ਅੱਗੇ, ਉਸ ਕਮਰੇ ਦੇ ਅੱਗੇ ਜਾ ਕੇ ਖੜੀ ਹੋ ਗਈ ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਲਿਵਲੀਨ ਸਨ। ਸਾਧ ਸੰਗਤ ਜੀ ਜਦੋਂ ਬਾਬਾ ਜੀ ਨੇ ਵੇਖਿਆ ਕਿ ਬਾਹਰ ਦਰਵਾਜ਼ੇ ਤੇ ਲਿਖਿਆ ਹੋਇਆ ਹੈ, ਉਸ ਵੇਲੇ ਦਰਵਾਜ਼ਾ ਨਹੀਂ ਖੋਲ੍ਹਿਆ, ਮਗਰਲੇ ਪਾਸੇ ਜਾ ਕਰਕੇ ਸੰਨ ਲਾ ਕੇ ਕੰਧ ਪਾੜ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ। ਔਰ ਸਤਿਗੁਰੂ ਜੀ ਜਦੋਂ ਸਮਾਧੀ ਤੋਂ ਉਥਾਨ ਹੋਏ ਤੇ ਬੇਨਤੀ ਕੀਤੀ, ਮਹਾਰਾਜ ਸੰਗਤ ਵਿਆਕੁਲ ਹੈ, ਆਪ ਜੀ ਦੇ ਦਰਸ਼ਨ ਤੋਂ ਬਗੈਰ ਆਪ ਕਿਰਪਾ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਅਤੇ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸੰਗਤਾਂ ਨੂੰ ਦਰਸ਼ਨ ਦੀਦਾਰ ਕਰਵਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਔਰ ਪਹਿਲੇ ਜਾਮੇ ਦੇ ਵਿੱਚ ਬਚਨ ਕੀਤਾ ਸੀ। ਜਦੋਂ 12 ਸਾਲ ਦੀ ਉਮਰ ਵਿੱਚ ਬਾਬਾ ਜੀ ਨੇ ਕਿਹਾ ਸੀ, ਮਹਾਰਾਜ ਮੈਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ। ਸਾਧ ਸੰਗਤ ਜੀ ਜਦੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ, ਭਾਵੇਂ ਮਾਤਾ ਪਿਤਾ ਨੇ ਨਾਮ ਬੂੜਾ ਰੱਖਿਆ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਜ਼ਿਕਰ ਕੀਤਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਸਾਧ ਸੰਗਤ ਜੀ ਉੱਥੇ ਦੋਵੇਂ ਹੀ ਨਾਂ ਭਾਈ ਗੁਰਦਾਸ ਜੀ ਨੇ ਅੰਕਿਤ ਕੀਤੇ ਨੇ ਵਾਰਾਂ ਦੇ ਵਿੱਚ, ਬੂੜਾ ਬੁੱਢਾ। ਮਾਪਿਆਂ ਦਾ ਨਾਮ ਬੂੜਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਛੋਟੀ ਅਵਸਥਾ ਦੇ ਵਿੱਚ ਐਸੇ ਬਚਨ ਸੁਣ ਕੇ ਕਿਹਾ ਸੀ, ਤੁਸੀਂ ਗੱਲਾਂ ਬੁੱਢਿਆਂ ਵਰਗੀਆਂ ਕਰਦੇ ਹੋ। ਉੱਥੋਂ ਨਾਮ ਹੀ ਬੁੱਢਾ ਪੈ ਗਿਆ ਸੀ। ਜਦੋਂ ਮੁਕਤੀ ਦੀ ਦਾਤ ਮੰਗੀ ਸੀ ਤੇ ਸਾਧ ਸੰਗਤ ਜੀ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ, ਚੌਥੇ ਜਾਮੇ ਵਿੱਚ ਆਵਾਂਗੇ, ਉਸ ਵੇਲੇ ਤੁਹਾਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਮੁਕਤੀ ਦੀ ਦਾਤ ਬਖਸ਼ਿਸ਼ ਕਰਾਂਗੇ। ਸਾਹਿਬ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਜੀ ਨੇ ਕਿਰਪਾ ਕੀਤੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਬ੍ਰਹਮ ਦਾ ਗਿਆਨ ਬਖਸ਼ਿਸ਼ ਕੀਤੇ ਕਰਕੇ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ। ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਬਹੁਤਾ ਲੰਮਾ ਸਮਾਂ ਨਹੀਂ, ਥੋੜਾ ਸਮਾਂ 6 ਸਾਲ ਗੁਰਤਾ ਗੱਦੀ ਤੇ ਰਹੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸਮਾਂ ਆਇਆ, ਭਾਵੇਂ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਅਣਥੱਕ ਸੇਵਾ ਸੰਭਾਲ ਕਰਦੇ ਰਹੇ। ਗੁਰੂ ਕੀ ਬਾਣੀ ਕੰਠ ਕਰਕੇ ਗੁਰਬਾਣੀ ਪੜ੍ਹਦੇ ਰਹੇ, ਸੰਗਤਾਂ ਦੀ ਸੇਵਾ ਕਰਦੇ ਰਹੇ। ਸਤਿਗੁਰੂ 5ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ, ਜਦੋਂ ਹਜ਼ੂਰ ਨੂੰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ
ਮੀਣੇ ਗੁਰਬਾਣੀ ਦੇ ਵਿੱਚ ਰਲਾ ਕਰ ਰਹੇ ਨੇ। ਮੀਣੇ ਸੱਚੀ ਬਾਣੀ ਦੇ ਵਿੱਚ ਕੱਚੀ ਬਾਣੀ ਰਲਾ ਰਹੇ ਨੇ। ਤੇ ਮਹਾਰਾਜ ਕਿਰਪਾ ਕਰੋ, ਬਾਣੀ ਇੱਕ ਥਾਂ ਤੇ ਇਕੱਤਰ ਕਰੋ। ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰਸਿੱਖੋ, ਗੁਰਬਾਣੀ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਪਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਜਾ ਕੇ ਪੋਥੀਆਂ ਲੈ ਆਉਂਦਾ ਹਾਂ, ਕਿਉਂਕਿ ਮੋਹਨ ਮੇਰੇ ਤਾਏ ਦਾ ਪੁੱਤ ਭਰਾ ਏ, ਉਹ ਮੈਨੂੰ ਮੋੜੇਗਾ ਨਹੀਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਠੀਕ ਹੈ, ਤੁਸੀਂ ਜਾਓ। ਭਾਈ ਗੁਰਦਾਸ ਜੀ ਗਏ। ਸਾਧ ਸੰਗਤ ਜੀ ਜਾ ਕਰਕੇ ਬਾਬਾ ਮੋਹਨ ਜੀ ਜੋ ਚੌਥੇ ਪਦ ਦੇ ਵਿੱਚ ਆਪਣੀ ਸਮਾਧੀ ਲਾ ਕੇ ਜੁੜੇ ਬੈਠੇ ਸਨ, ਬਹੁਤ ਆਵਾਜ਼ਾਂ ਮਾਰੀਆਂ, ਨਾ ਉੱਠੇ, ਵਾਪਸ ਪਰਤ ਆਏ। ਆਣ ਕੇ ਜਦੋਂ ਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਸਾਰੀ ਵਾਰਤਾ ਦੱਸੇ, ਫਿਰ ਬਾਬਾ ਜੀ ਕਹਿਣ ਲੱਗੇ ਵੀ ਮੈਂ ਜਾਂਦਾ ਹਾਂ ਮਹਾਰਾਜ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਠੀਕ ਹੈ ਬਾਬਾ ਜੀ, ਆਪ ਜੀ ਵੀ ਜਾ ਆਓ। ਜਦੋਂ ਬਾਬਾ ਜੀ ਗਏ ਤੇ ਬਾਬਾ ਜੀ ਨੇ ਵੀ ਜਾ ਕੇ ਆਵਾਜ਼ਾਂ ਮਾਰੀਆਂ ਤੇ ਮੋਹਨ ਨਾ ਉੱਠਿਆ। ਇਤਿਹਾਸ ਨੇ ਜ਼ਿਕਰ ਕੀਤਾ, ਬਾਬਾ ਜੀ ਨੇ ਜਟਕਾ ਤਰੀਕਾ ਵਰਤਿਆ। ਸਾਧ ਸੰਗਤ ਜੀ ਦਰਵਾਜ਼ੇ ਦੀ ਚੂਥੀ ਪੁੱਟ ਕੇ ਦਰਵਾਜ਼ਾ ਪਾਸੇ ਕਰਕੇ ਅੰਦਰ ਜਾ ਕਰਕੇ ਮੋਹਨ ਦੇ ਮੋਢੇ ਤੋਂ ਹਿਲਾ ਕਰਕੇ ਉਹਨੂੰ ਸਮਾਧੀ ਤੋਂ ਉਥਾਨ ਕਰਨ ਦਾ ਯਤਨ ਕੀਤਾ। ਬਾਬਾ ਮੋਹਰੀ ਜੀ ਦੌੜੇ ਆਏ। ਉਹਨਾਂ ਨੇ ਆਣ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਹੱਥ ਪਕੜ ਲਿਆ। ਕਹਿਣ ਲੱਗੇ, ਬਾਬਾ ਜੀ ਇਹ ਮਸਤਾਨਾ ਹੈ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਅਨਨ ਪਿਆਰੇ ਗੁਰਸਿੱਖ ਹੋ, ਇਹਦਾ ਪਤਾ ਨਹੀਂ ਕਿਹੜੀ ਜ਼ਬਾਨੇ ਇਹਨੇ ਬੋਲ ਪੈਣਾ ਹੈ, ਤੇ ਤੁਸੀਂ ਇਹਨੂੰ ਨਾ ਹਿਲਾਓ। ਆਖਰ ਬਾਬਾ ਜੀ ਵੀ ਵਾਪਸ ਆ ਗਏ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਆਪ ਗਏ। ਜਾ ਕੇ ਦੋ ਤਾਰੇ ਨਾਲ ਗਲੀ ਦੇ ਵਿੱਚ ਬੈਠ ਕਰਕੇ ਕੀਰਤਨ ਕੀਤਾ। ਸਾਧ ਸੰਗਤ ਜੀ ਗੌੜੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਪਾਵਨ ਸ਼ਬਦ ਉਚਾਰਨ ਕਰਕੇ ਇਹਦੇ 4 ਬੰਦ ਉਚਾਰਨ ਕੀਤੇ ਨੇ। ਮੋਹਨ ਦੀ ਚੌਥੇ ਪਦ ਵਿੱਚੋਂ ਸਮਾਧੀ ਉਥਾਨ ਕੀਤਾ। ਮੋਹਨ ਨੇ ਭਾਵੇਂ ਬੜੇ ਸਖਤ ਬਚਨ ਕਹੇ ਸੀ ਵੀ ਆਪਣੇ ਪਿਤਾ ਨੂੰ ਮਾਰ ਕੇ ਭਰਾਵਾਂ ਨੂੰ ਸ਼ਹਿਰੋਂ ਕੱਢ ਕੇ ਹੁਣ ਸਾਡੇ ਪਾਸ ਆ ਗਿਆ, ਪਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਸਮੁੰਦਰ। ਸਾਧ ਸੰਗਤ ਜੀ ਉਹਨਾਂ ਨੇ ਗੁੱਸਾ ਨਹੀਂ ਕੀਤਾ, ਕਿਉਂਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਬੇਟਾ ਮੋਹਨ ਦਾ ਸੁਭਾਅ ਬੜਾ ਸਖਤ ਹੈ, ਇਹ ਤੁਹਾਨੂੰ ਕਰੜੇ ਬਚਨ ਬੋਲੇ ਤਾਂ ਵੀ ਜਰ ਜਾਣਾ। ਆਖਰ ਗੁਰੂ ਸਾਹਿਬ ਜੀ ਪੋਥੀਆਂ ਲੈ ਕੇ ਆਏ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੂੰ ਲਖਾਰੀ ਲਾਇਆ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਸੌਂਪੀ ਹੈ। ਮੈਂ ਆਪ ਜੀ ਦੇ ਨਾਲ ਇਹ ਵਿਚਾਰ ਇਸ ਕਰਕੇ ਸਾਂਝਾ ਕਰ ਰਿਹਾ ਕਿ ਗੁਰੂ ਸਾਹਿਬ ਜੀ ਆਪਣੇ ਹੁੰਦਿਆਂ ਵੀ ਆਪਣੇ ਪਿਆਰੇ ਗੁਰਸਿੱਖਾਂ ਨੂੰ ਆਪਣਾ ਰੂਪ ਬਖਸ਼ਿਸ਼ ਕਰਦੇ ਰਹੇ ਨੇ। ਸਾਧ ਸੰਗਤ ਜੀ ਜਿਸ ਵੇਲੇ ਹਜੂਰ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਹੁਣ ਹਰਿਮੰਦਰ ਸਾਹਿਬ ਜੀ ਦੀ ਸਾਰੀ ਸੇਵਾ ਸੰਭਾਲ ਕਰਨੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਕਾਂਤ ਵਿੱਚ ਬੈਠ ਕਰਕੇ ਸਰੂਪ ਲਿਖਵਾਵਾਂਗੇ ਔਰ ਸੰਗਤਾਂ ਦੀ ਸਾਂਭ ਸੰਭਾਲ, ਸੰਗਤਾਂ ਨੂੰ ਪਾਵਨ ਉਪਦੇਸ਼ ਤੁਸਾਂ ਦੇਣਾ ਹੈ। ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਇਹ ਸੇਵਾ ਨਿਭਾਉਂਦੇ ਰਹੇ। ਇੱਕ ਦਿਨ ਕੋਈ ਐਸੇ ਪ੍ਰੇਮੀ ਆ ਗਏ, ਉਹ ਕਹਿਣ ਲੱਗੇ, ਜੀ ਅਸੀਂ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਪ੍ਰੇਮੀਆਂ ਤੁਸੀਂ ਇੱਥੇ ਬੈਠੋ, ਮੈਂ ਸਤਿਗੁਰਾਂ ਦੀ ਆਗਿਆ ਲੈ ਕੇ ਆਉਂਦਾ ਹਾਂ, ਜੇ ਹਜੂਰ ਨੇ ਆਗਿਆ ਦਿੱਤੀ ਤੇ ਜ਼ਰੂਰ ਤੁਹਾਨੂੰ ਦਰਸ਼ਨ ਕਰਾਵਾਂਗੇ। ਸਤਿਗੁਰਾਂ ਦੇ ਪਾਸ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਗਏ। ਬਾਬਾ ਜੀ ਜਾ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੰਗਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ,
ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਬਾਬਾ ਜੀ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ, ਤੁਸੀਂ ਸਾਡਾ ਹੀ ਰੂਪ ਹੋ, ਸੋ ਤੁਸੀਂ ਹੀ ਸੰਗਤ ਨੂੰ ਉਪਦੇਸ਼ ਦਿਓ। ਜਿਹੜੀਆਂ ਸੰਗਤਾਂ ਨੇ ਤੁਹਾਡੇ ਦਰਸ਼ਨ ਕੀਤੇ ਉਹ ਸੰਗਤਾਂ ਸਮਝ ਲੈਣ ਵੀ ਉਹਨਾਂ ਨੂੰ ਸਾਡੇ ਹੀ ਦਰਸ਼ਨ ਹੋਣਗੇ। ਗੁਰੂ ਸਾਹਿਬ ਜੀ ਨੇ ਆਪਣੇ ਹੁੰਦਿਆਂ ਵੀ ਸਾਧ ਸੰਗਤ ਜੀ ਆਪਣੇ ਵਿੱਚ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਸਮਝਿਆ, ਆਪਣੇ ਵਿੱਚ ਤੇ ਗੁਰੂ ਕੇ ਸਿੱਖ ਅੰਦਰ ਕੋਈ ਅੰਤਰ ਨਹੀਂ ਰੱਖਿਆ। ਆਪਣਾ ਹੀ ਰੂਪ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਸਿੱਖਾਂ ਨੂੰ ਨਿਵਾਜਦੇ ਰਹੇ। ਕਿਤਨਾ ਸਮਾਂ ਲੱਗਾ ਹੋਵੇਗਾ ਇਹਦੀ ਬਾਬਤ ਇਤਿਹਾਸ ਨੇ ਕੋਈ ਵਿਚਾਰ ਨਹੀਂ ਰੱਖੀ। ਦਸਵੇਂ ਪਾਤਸ਼ਾਹ ਜੀ ਦੇ ਬਾਰੇ ਤਾਂ ਜ਼ਿਕਰ ਆਉਂਦਾ ਹੈ ਨਾ, ਭਾਈ ਮਨੀ ਸਿੰਘ ਜੀ ਦੇ ਪਾਸੋਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ, ਜਿਸ ਵਿੱਚ ਸਾਧ ਸੰਗਤ ਜੀ 9ਵੇਂ ਪਾਤਸ਼ਾਹ ਜੀ ਦੀ ਬਾਣੀ ਅੰਕਿਤ ਕੀਤੇ, 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕਰਵਾਇਆ ਸੀ। ਪਰ ਜਿਹੜਾ ਭਾਈ ਗੁਰਦਾਸ ਜੀ ਨੇ ਸਰੂਪ ਲਿਖਿਆ ਹੈ ਨਾ, ਇਹਦੀ ਬਾਬਤ ਕੋਈ ਸਮੇਂ ਦਾ ਜ਼ਿਕਰ ਨਹੀਂ ਆਇਆ। ਕਿਤਨਾ ਸਮਾਂ ਲੱਗਾ ਹੋਵੇਗਾ ਸਾਧ ਸੰਗਤ ਜੀ। ਅੱਜ ਜੇ ਵੇਖੀਏ ਨਾ, ਅੱਜ ਜਿਹੜੇ ਵੀਰ ਜਾਂ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਦੇ ਨੇ ਉਹ ਤਕਰੀਬਨ 7 ਸਾਲ ਲਾਉਂਦੇ ਨੇ, 7 ਸਾਲ। ਔਰ ਕਈ ਵੀਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖੇ ਨੇ, ਕਈ ਭੈਣਾਂ ਨੇ ਵੀ ਸਰੂਪ ਲਿਖੇ ਨੇ। 2-3 ਥਾਵਾਂ ਤੋਂ ਦਾਸ ਨੇ ਵੀ ਪੁੱਛਿਆ ਵੀ ਕਿੰਨਾ ਸਮਾਂ ਲੱਗਾ, ਤੇ ਉਹਨਾਂ ਨੇ 7 ਸਾਲ ਦਾ ਸਮਾਂ ਦੱਸਿਆ। ਅੱਜ ਦੇ ਸਮੇਂ ਅੰਦਰ ਆਪਾਂ ਲਾਈਏ ਵੀ ਹੋ ਸਕਦਾ 2 ਸਾਲ ਲੱਗੇ ਹੋਣਗੇ, 3 ਸਾਲ ਲੱਗੇ ਹੋਣਗੇ। ਇੰਨਾ ਲੰਮਾ ਸਮਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਰਿਮੰਦਰ ਸਾਹਿਬ ਜੀ ਦੀ ਸੇਵਾ, ਸੰਗਤਾਂ ਦੀ ਸਾਂਭ ਸੰਭਾਲ, ਗੁਰੂ ਕਾ ਉਪਦੇਸ਼, ਗੁਰ ਮੰਤਰ ਜਿਹੜਾ ਸੀ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਖਸ਼ਿਸ਼ ਕਰਦੇ ਰਹੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ, ਹਜ਼ੂਰ ਕਹਿੰਦੇ ਨੇ ਸਿੱਖ ਗੁਰੂ, ਗੁਰੂ ਸਿੱਖ ਹੈ, ਏਕੋ ਗੁਰ ਉਪਦੇਸ਼ ਚਲਾਏ। ਸਤਿਗੁਰਾਂ ਨੇ ਗੁਰੂ ਤੇ ਸਿੱਖ ਵਿੱਚ ਕੋਈ ਅੰਤਰ ਨਹੀਂ ਰੱਖਿਆ। ਸਾਧ ਸੰਗਤ ਜੀ ਆਪੇ ਗੁਰ ਚੇਲਾ ਵਾਲੀ ਬਖਸ਼ਿਸ਼ ਵੀ ਕੀਤੀ ਹੈ। 10ਵੇਂ ਜਾਮੇ ਦੇ ਵਿੱਚ ਤੇ 4ਥੇ ਜਾਮੇ ਦੇ ਵਿੱਚ ਕਹਿ ਦਿੱਤਾ ਸੀ, ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਗੁਰੂ ਸਿੱਖ ਸਰੂਪ ਹੈ, ਸਿੱਖ ਗੁਰੂ ਸਰੂਪ ਹੈ। ਜਦੋਂ ਇੱਕ ਗੁਰੂ ਦਾ ਉਪਦੇਸ਼ ਸਾਧ ਸੰਗਤ ਜੀ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ, ਉਦੋਂ ਗੁਰੂ ਕੇ ਸਿੱਖ ਵਿੱਚ ਤੇ ਗੁਰੂ ਵਿੱਚ ਕੋਈ ਅੰਤਰ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਆਪਣੇ ਹੁੰਦਿਆਂ ਵੀ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਸੀ। ਔਰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਆਇਆ। ਇਤਿਹਾਸ ਨੇ ਜ਼ਿਕਰ ਕੀਤਾ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਸੇਵਾਵਾਂ ਨਿਭਾਈਆਂ, ਬੇਅੰਤ ਸੇਵਾਵਾਂ ਕੀਤੀਆਂ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ। ਭਾਈ ਸਾਹਿਬ ਜੀ ਲਿਖਦੇ ਨੇ, ਬਿਧੀ ਚੰਦ ਬੁੱਧ ਬਿਮਲ ਵਿਚਾਰਾ। ਬਾਬਾ ਬਿਧੀ ਚੰਦ ਸਾਹਿਬ ਜੀ ਵਿਵੇਕ ਬੁੱਧ ਦੇ ਮਾਲਕ ਸਨ। ਸਾਧ ਸੰਗਤ ਜੀ ਸ੍ਰੇਸ਼ਟ ਬੁੱਧੀ ਦੇ ਮਾਲਕ ਸਨ। ਔਰ ਇਤਿਹਾਸ ਨੇ ਜ਼ਿਕਰ ਕੀਤਾ ਕਿ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਇੰਨੀਆਂ ਸੇਵਾਵਾਂ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕਰਕੇ ਵਚਨ ਕੀਤਾ ਸੀ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਬਾਬਾ ਬਿਧੀ ਚੰਦ ਸਾਹਿਬ ਜੀ, ਤੁਸੀਂ ਅੱਜ ਤੋਂ ਸਾਡੇ ਦਿਲ ਬਣ ਗਏ ਹੋ। ਸਾਡੇ ਵਿੱਚ ਤੇ ਤੁਹਾਡੇ ਵਿੱਚ ਕੋਈ ਹੁਣ ਭੇਦ ਨਹੀਂ ਰਿਹਾ। ਇੱਕ ਸਮਾਂ ਐਸਾ ਵੀ ਆਇਆ ਜਦੋਂ ਯੂਪੀ ਤੋਂ ਸਾਧ ਸੰਗਤ ਜੀ ਕੋਈ ਸੰਗਤਾਂ ਆਈਆਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕਰਕੇ ਉਹਨਾਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਕੋਈ ਐਸੀਆਂ ਸੰਗਤਾਂ ਨੇ ਜਿਹੜੇ ਬਜ਼ੁਰਗ ਸਰੀਰ ਨੇ, ਉਹ ਇਤਨਾ ਲੰਮਾ ਪੰਧ ਕਰਕੇ ਸੋ ਇੱਥੇ ਨਹੀਂ ਪਹੁੰਚ ਸਕਦੇ,
ਆਪ ਕਿਰਪਾ ਕਰੋ ਤੇ ਯੂਪੀ ਵਿੱਚ ਜਾ ਕਰਕੇ ਉਹਨਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਸਾਡੇ ਕੋਲ ਤਾਂ ਭਾਈ ਹੁਣ ਇਤਨਾ ਸਮਾਂ ਨਹੀਂ, ਅਸੀਂ ਆਪਣੇ ਸਿੱਖ ਨੂੰ ਭੇਜ ਦਿੰਦੇ ਹਾਂ। ਸਾਧ ਸੰਗਤ ਜੀ, ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸੰਗਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਿਹੜੇ ਸਿੱਖ ਨੂੰ ਅਸੀਂ ਭੇਜਾਂਗੇ ਅਸੀਂ ਆਪਣਾ ਰੂਪ ਦੇ ਕੇ ਭੇਜਾਂਗੇ, ਉਹਨਾਂ ਨੂੰ ਆਪਣਾ ਹੀ ਰੂਪ ਬਣਾ ਕੇ ਭੇਜਾਂਗੇ। ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਸੱਦਿਆ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬਿਧੀ ਚੰਦ ਜੀ, ਇਹ ਸੰਗਤਾਂ ਯੂਪੀ ਤੋਂ ਆਈਆਂ ਨੇ, ਦੇਊ ਨਗਰ ਤੋਂ, ਆਪ ਇਹਨਾਂ ਦੇ ਨਾਲ ਜਾਓ। ਕੋਈ ਐਸੇ ਸਰੀਰ ਜਿਹੜੇ ਦੂਰੋਂ ਚੱਲ ਕੇ ਨਹੀਂ ਆ ਸਕਦੇ, ਉਹਨਾਂ ਨੂੰ ਦਰਸ਼ਨ ਦੀਦਾਰ ਦਿਓ। ਬਾਬਾ ਜੀ ਨੇ ਵੀ ਬੇਨਤੀ ਕੀਤੀ, ਕਹਿਣ ਲੱਗੇ, ਮਹਾਰਾਜ ਸੰਗਤਾਂ ਆਪ ਜੀ ਦੇ ਦਰਸ਼ਨ ਲੋਚਦੀਆਂ ਨੇ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਸਾਡੇ ਵਿੱਚ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ, ਅਸੀਂ ਹੁਣ ਤੁਹਾਨੂੰ ਆਪਣਾ ਰੂਪ ਬਖਸ਼ਿਸ਼ ਕੀਤਾ ਹੈ। ਤੁਸੀਂ ਜਾਓ, ਸੰਗਤਾਂ ਨੂੰ ਦਰਸ਼ਨ ਦਿਓ, ਉਪਦੇਸ਼ ਬਖਸ਼ਿਸ਼ ਕਰੋ, ਚਰਨ ਪਹੁਲ ਦਿਓ, ਅਤੇ ਜੋ ਵੀ ਸੰਗਤਾਂ ਤੁਹਾਡੇ ਦਰਸ਼ਨ ਕਰਨਗੀਆਂ ਉਹ ਸਾਡੇ ਹੀ ਦਰਸ਼ਨ ਕਰਨਗੀਆਂ। ਸਾਧ ਸੰਗਤ ਜੀ, ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਯੂਪੀ ਦੇ ਵਿੱਚ ਦੇਊ ਨਗਰ ਗਏ ਨੇ। ਔਰ ਦੇਊ ਨਗਰ ਦੇ ਵਿੱਚ ਇੱਕ ਸੁੰਦਰ ਸ਼ਾਹ ਫਕੀਰ ਸੀ। ਜਦੋਂ ਬਾਬਾ ਜੀ ਉੱਥੇ ਨਗਰ ਵਿੱਚ ਪਹੁੰਚੇ, ਸੰਗਤਾਂ ਨੂੰ ਬੜਾ ਚਾਅ ਚੜ੍ਹਿਆ। ਸਾਧ ਸੰਗਤ ਜੀ, 4 ਚੁਫੇਰੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਸੋਭਾ ਹੋਣ ਲੱਗੀ। ਉਹ ਸੁੰਦਰ ਸ਼ਾਹ ਜਿਹੜਾ ਸੀ ਉਹ ਸੜ ਬਲ ਕੇ ਕੋਲਾ ਹੋ ਗਿਆ। ਕਹਿਣ ਲੱਗਾ, ਉਹ ਕਿਹੜਾ ਐਸਾ ਬ੍ਰਹਮ ਗਿਆਨੀ ਆ ਗਿਆ ਮੇਰੇ ਨਗਰ ਵਿੱਚ, ਮੇਰੇ ਨਾਲੋਂ ਵੱਡਾ। ਉਸੇ ਵੇਲੇ ਕਹਿੰਦੇ ਸ਼ੇਰ ਤੇ ਸਵਾਰ ਹੋ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੇ ਤੁਰ ਗਿਆ ਸੁੰਦਰ ਸ਼ਾਹ। ਤੇ ਸਾਧ ਸੰਗਤ ਜੀ, ਜਦੋਂ ਲਾਗੇ ਗਿਆ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਜਦੋਂ ਨਿਗਾਹ ਭਰ ਕੇ ਵੇਖਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਉਹ ਸੁਥੇਰ ਹੋ ਗਿਆ, ਉੱਥੇ ਜੜ ਹੋ ਗਿਆ। ਉਹ ਤੁਰਿਆ ਨਹੀਂ। ਸੁੰਦਰ ਸਾਹਿਬ ਬੜੀਆਂ ਉਹਨੂੰ ਅੱਡੀਆਂ ਉੱਡੀਆਂ ਮਾਰਦਾ ਰਿਹਾ ਵੀ ਤੁਰ ਅੱਗੇ ਚੱਲ, ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਪਹੁੰਚ। ਸਾਧ ਸੰਗਤ ਜੀ, ਉਹ ਨਹੀਂ ਪਹੁੰਚਿਆ, ਉੱਥੇ ਦਾ ਉੱਥੇ ਹੀ ਜੜ ਹੋ ਕੇ ਖਲੋਤਾ ਰਿਹਾ। ਆਖਰ ਸੁੰਦਰ ਸ਼ਾਹ ਸ਼ੇਰ ਤੋਂ ਉਤਰ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਚਰਨਾਂ ਤੇ ਜਾ ਕੇ ਢਹਿ ਪਿਆ। ਕਹਿਣ ਲੱਗਾ ਜੀ, ਮੇਰੇ ਮਨ ਵਿੱਚ ਬੜਾ ਵੱਡਾ ਭੁਲੇਖਾ ਸੀ ਕਿ ਮੇਰੇ ਨਾਲੋਂ ਹੋਰ ਕਿਹੜਾ ਵੱਡਾ ਸੰਤ, ਮੇਰੇ ਨਾਲੋਂ ਹੋਰ ਕਿਹੜਾ ਵੱਡਾ ਬ੍ਰਹਮ ਗਿਆਨੀ, ਮੇਰੇ ਨਾਲੋਂ ਹੋਰ ਵੱਡਾ ਕਿਹੜਾ ਕਰਾਮਾਤੀ ਇੱਥੇ ਆ ਗਿਆ ਹੈ, ਜਿਹਦੇ ਪਿੱਛੇ ਸਾਰੀਆਂ ਨਗਰ ਦੀਆਂ ਯੂਪੀ ਦੀਆਂ ਸੰਗਤਾਂ ਲੱਗ ਗਈਆਂ ਨੇ। ਸਾਧ ਸੰਗਤ ਜੀ, ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕੋਲ ਆਪਣੀਆਂ ਆਪਣੀਆਂ ਮੁਰਾਦਾਂ ਮੰਗੀਆਂ ਰੱਖੀਆਂ। ਬਾਬਾ ਜੀ ਨੇ ਸਾਰਿਆਂ ਦੀਆਂ ਆਸਾਂ ਪੂਰੀਆਂ ਕੀਤੀਆਂ ਔਰ ਕੁਝ ਸਮਾਂ ਉੱਥੇ ਰਹਿ ਕਰਕੇ ਬਾਬਾ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਔਰ ਉਪਦੇਸ਼ ਕਰਦੇ ਰਹੇ। ਆਖਰ ਜਦੋਂ ਉੱਥੋਂ ਚੱਲਣ ਲੱਗੇ ਤੇ ਸੁੰਦਰ ਸ਼ਾਹ ਨੇ ਬੇਨਤੀ ਕੀਤੀ, ਬਾਬਾ ਜੀ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਆਪ ਮੇਰੇ ਪਾਸ ਹੋਣੇ ਚਾਹੀਦੇ ਹੋ। ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਮੁਸਕਰਾ ਕੇ ਕਹਿਣ ਲੱਗੇ, ਸੁੰਦਰ ਸ਼ਾਹ ਮੇਰੀ ਤੇ ਤੇਰੀ ਉਮਰ ਇੱਕੋ ਜਿੰਨੀ ਹੈ। ਆਪਾਂ ਦੋਵਾਂ ਨੇ ਇੱਕੇ ਦਿਨ ਇੱਕੇ ਸਮੇਂ ਸਰੀਰ ਛੱਡਣਾ ਹੈ। ਮੈਂ ਸਤਿਗੁਰਾਂ ਤੋਂ ਆਗਿਆ ਲੈ ਕੇ ਹੁਕਮ ਪ੍ਰਾਪਤ ਕਰਕੇ ਤੇਰੇ ਪਾਸ ਪਹੁੰਚਾਂਗਾ। ਬਾਬਾ ਜੀ ਇਉਂ ਸੰਗਤਾਂ ਨੂੰ ਦਰਸ਼ਨ ਦੀਦਾਰ ਦੇ ਕੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਸਾਧ ਸੰਗਤ ਜੀ ਵਾਪਸ ਆਏ ਨੇ ਔਰ ਕੀਰਤਪੁਰ ਸਾਹਿਬ ਆ ਕਰਕੇ ਕੁਝ ਸਮਾਂ ਸਤਿਗੁਰਾਂ ਦੀ ਸੇਵਾ ਵਿੱਚ ਰਹੇ। ਫਿਰ ਸਤਿਗੁਰਾਂ ਨੂੰ ਜਦੋਂ ਅੰਤ ਸਮਾਂ ਨਜ਼ਦੀਕ ਆ ਗਿਆ ਤੇ ਆਪਣੇ ਸੁਪੁੱਤਰ ਬਾਬਾ ਲਾਲ ਚੰਦ ਜੀ ਦੀ ਬਾਹ ਫੜਾ ਕੇ ਆਖਿਆ, ਮਹਾਰਾਜ ਜਿਵੇਂ ਦਾਸ ਦੇ ਪਾਸੋਂ ਸੇਵਾਵਾਂ ਲਈਆਂ ਇਸੇ ਤਰ੍ਹਾਂ ਇਹ ਲਾਲ ਚੰਦ ਦੇ ਪਾਸੋਂ ਸੇਵਾਵਾਂ ਲੈਂਦੇ ਰਹਿਣਾ। ਬਾਬਾ ਜੀ ਮੈਂ ਸੁੰਦਰ ਸ਼ਾਹ ਦੇ ਨਾਲ ਸੱਚੇ ਪਾਤਸ਼ਾਹ
मैं सुंदर शाह दे नाल बचन करके आया हाँ महाराज जी, मैनू हुण आग्या दिओ मैं उस बचन की पालना करा। सूरबीर बचन के बली साध संगत जी, ऐसे ओ ब्रह्म ज्ञानी, ऐसे ओ बहादुर गुरु के सिख, ऐसे ओ सिख साधु संत महात्मा जिन्हों ने सतगुरु जी का रूप बनना किया। आखिर सुंदर शाह दे कोल जा करके भादरों सुदी अष्टमी नूं साध संगत जी बाबा जी ने सो अमृत वेले इशनान करके सो जपजी साहब जी का पाठ करके सुंदर शाह दे नाल ही साध संगत जी परलोक नूं गमन किया, सचखंड नूं जाना किया। मेरे कहण तो भाव सतगुरु सच्चे पातशाह जी अपने हुंदिआं भी अपने सिखां नूं अपना रूप बनाउंदे रहे, अपने विच ते सिखां दे विच कोई अंतर नहीं समझते रहे। अज भी सतगुरु गुरु ग्रंथ साहब जी दे अनेका ही ऐसे गुरमुख प्यारे संत महापुरख जिन्हां ने नाम जप जप के सिमरन भजन कर करके साध संगत जी अपने आप नूं साधिया होया है ते गुरु दे नाल एकमिक हो गए ने। उन्हां दे विच ते गुरु दे विच कोई अंतर नहीं। आपे गुरचेला वाली उन्हां दी अवस्था बन चुकी है। जिवें सतगुरु कलगीधर पातशाह जी ने अमृत की दात दे के पंजां प्यारियां दी साजना कीती, फिर पंजां प्यारियां तो आप अमृत की दात प्राप्त की। साध संगत जी ते उत्थे भाई गुरदास सिंह जी बैठे हुए सन ते वो आछ कर उठे, कहन लगे वाहो वाहो गोबिंद सिंह आपे गुरचेला, आप गुरु हो के अमृत की दात दे रहा है, आप चेला बन के सेवक बन के अमृत की दात प्राप्त कर रहा है। गुरु ने गुरु ते सिख विच कोई अंतर नहीं जानिया। साध संगत जी ये सतगुरु पातशाह जी ने बख्शिशां अपने हुंदिआं भी सिखां नूं बख्शिश कीतियां ते अज भी गुरु के सिख ये बख्शिशां धन श्री गुरु ग्रंथ साहब सच्चे पातशाह जी तो प्राप्त करते। जदों ब्रह्म ज्ञानी बाबा बुढ़ा साहब जी धन श्री गुरु अर्जन देव सच्चे पातशाह जी नूं लाहौरों लेके आए ना, ते साध संगत जी गुरु रामदास पातशाह जी ने प्रसन्न हो करके गुरता गद्दी की दात बख्शिश की। उस वेले गुरता गद्दी ते सुभाएमान हो के धन श्री गुरु अर्जन देव सच्चे पातशाह जी ने शब्द का चौथा बंद रचिया सी, भाग होआ गुर संत मिलाया, प्रभ अविनाशी घर मैं पाया, सेव करी पल चसा न विछड़ा जड़ नानक दास तुम्हारे जी। ये शब्द हजारियां का पहला शब्द है माझ राग का। ਇਹਦਾ चौथा बंद सतगुरु जी ने गुरता गद्दी ते सुभाएमान हो के रचिया। कई वीर ਇਹਦੇ ਤੇ शंका करते हैं भी ये गुरु साहब जी पहला किवें रच गए। 3 चिट्ठियां पहला सतगुरां ने लिखियां सन ते चौथा बंद जिहड़ा सी वो गुरता गद्दी ते सुभाएमान हो के उच्चारण कीता सी ते क्या सी धन हन संत ब्रह्म ज्ञानी बाबा बुढ़ा साहब जी वर्गे जिन्हां ने साडा गुरु दे नाल मिलाप करवा दिता है। तो साध संगत जी सतगुरु सच्चे पातशाह जी ने गुरबाणी के अंदर दर्शाया जिन्ना सास ग्रास न विसरै, हर नामा मन मंत, धन से नानका पूरन सोई संत। जिन्हों सुवास लेंदिया अथवा भोजन छकदिया भी अकाल पुरख वाहिगुरु परमेश्वर का नाम नहीं विसरदा, वो पूर्ण संत हन जेड़े साह साह दे नाल परमेश्वर नूं याद करदे। हुण कई बार ना साध संगत जी असीं समझदे हां कि संत साडे नाल गल्लां करी जांदा है, नहीं। जिहदे अंदर अजप्पा जाप आरंभ हो जाता है ना, अजप्पा जाप ना विसरै आद जुगाद समाए। जिस दे अंदर अजप्पा जाप शुरू हो जाता ना, जिवें घड़ी ऐटोमैटिक चलती रहिंदी है, इस तरह साध संगत जी उन्हां सत पुरखां दे अंदर परमेश्वर का नाम अपने आप चलता रहिंदा है और वो नाम जपते रहिंदे ने, गल्लां भी करी जाते ने, कारो विहार भी करी जाते ने, पर सिमरन जिहड़ा वो अंदर चलता रहिंदा है। जिवें भगत नामदेव जी ते भगत तरलोचन जी आपस विच मित्र सन।
ਔਰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਭਗਤ ਤਰਲੋਚਨ ਜੀ ਜਿਹੜੇ ਨੇ ਨਾ, ਇਹ ਹਰ ਰੋਜ਼ ਭਗਤ ਨਾਮਦੇਵ ਜੀ ਨੂੰ ਮਿਲਣ ਵਾਸਤੇ ਆਉਂਦੇ ਨੇ, ਆਪਣੇ ਮਿੱਤਰ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ। ਔਰ ਸਾਧ ਸੰਗਤ ਜੀ ਇੱਕ ਦਿਨ ਕੀ ਵੇਖਦੇ ਨੇ, ਭਗਤ ਨਾਮਦੇਵ ਜੀ ਸੋ ਕੱਪੜਿਆਂ ਦੀ ਰੰਗਾਈ ਕਰ ਰਹੇ ਸੀ। ਪੁਰਾਣੇ ਸਮੇਂ ਸਾਧ ਸੰਗਤ ਜੀ ਕੱਪੜਾ ਜਿਹੜਾ ਉਹ ਠੇਕਿਆ ਜਾਂਦਾ ਸੀ, ਛਾਪਾ ਜਿਹਨੂੰ ਆਪਾਂ ਕਹਿ ਦਿੰਦੇ, ਛਾਪਾ ਲਾਉਣਾ। ਜਿਵੇਂ ਪੁਰਾਣੇ ਸਮੇਂ ਖੱਦਰ ਦੇ ਅਮਰੇ ਹੁੰਦੇ ਸੀ ਤੇ ਉਹਨਾਂ ਨੂੰ ਸਾਧ ਸੰਗਤ ਜੀ ਉਹ ਛਾਪਾ ਲਾਇਆ ਜਾਂਦਾ ਸੀ। ਭਗਤ ਨਾਮਦੇਵ ਜੀ ਇਹ ਕਾਰੋਬਾਰ ਕਰ ਰਹੇ ਸਨ। ਭਗਤ ਤਰਲੋਚਨ ਜੀ ਵੇਖ ਕੇ ਬੜੇ ਹੈਰਾਨ ਹੋਏ ਤੇ ਕਹਿਣ ਲੱਗੇ, ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ, ਕਾਹੇ ਛੀਪੋ ਛਾਏ ਲੈ ਆਰਾਮ ਨ ਲਾਵੋ ਚੀਤ। ਭਗਤ ਤਰਲੋਚਨ ਜੀ ਕਹਿਣ ਲੱਗੇ, ਐ ਨਾਮਦੇਵ ਮਿੱਤਰਾ, ਤੈਨੂੰ ਤੇ ਮਾਇਆ ਨੇ ਮੋਹਿਆ ਹੋਇਆ ਹੈ। ਤੂੰ ਤੇ ਕੱਪੜੇ ਠੇਕਣ ਵਿੱਚ ਲੱਗਾ ਹੋਇਆ, ਤੂੰ ਤੇ ਕੱਪੜੇ ਰੰਗਣ ਵਿੱਚ ਲੱਗਾ ਹੋਇਆ ਹੈ, ਤੇ ਪਰਮੇਸ਼ਰ ਦੇ ਨਾਲ ਚਿੱਤ ਤੂੰ ਕਦੋਂ ਜੋੜਦਾ ਹੋਵੇਂਗਾ, ਕਦੋਂ ਪਰਮੇਸ਼ਰ ਦੇ ਨਾਲ ਜੁੜਦਾ ਹੋਵੇਂਗਾ। ਤੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਕਹਿਣ ਲੱਗੇ, ਐ ਤਰਲੋਚਨ ਮਿੱਤਰਾ ਮੇਰੀ ਗੱਲ ਸੁਣ, ਮੈਂ ਹੱਥਾਂ ਪੈਰਾਂ ਨਾਲ ਕਾਰੋ ਵਿਹਾਰ ਵੀ ਕਰਦਾ ਹਾਂ, ਪਰ ਮੈਂ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਵੀ ਜਪਦਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਗਤ ਨਾਮਦੇਵ ਜੀ ਕਹਿਣ ਲੱਗੇ, ਮੇਰਾ ਚਿੱਤ ਉਸ ਪਰਮੇਸ਼ਰ ਨਾਲ ਜੁੜਿਆ ਹੋਇਆ ਐ ਤਰਲੋਚਨ ਮਿੱਤਰਾ, ਤੇ ਹੱਥਾਂ ਪੈਰਾਂ ਨਾਲ ਮੈਂ ਆਪਦੇ ਕਾਰੋ ਵਿਹਾਰ ਵੀ ਕਰਦਾ ਹਾਂ। ਐਸੇ ਹਨ ਉਹ ਸੰਤ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ, ਕਾਰੋ ਵਿਹਾਰ ਵੀ ਕਰਦੇ ਨੇ, ਆਈਆਂ ਸੰਗਤਾਂ ਨਾਲ ਗੱਲਾਂ ਵੀ ਕਰੀ ਜਾਂਦੇ ਨੇ। ਤੇ ਸਾਧ ਸੰਗਤ ਜੀ ਕਈ ਸੁਖਮਨੀ ਸਾਹਿਬ ਜੀ ਦੇ ਪਾਠ, ਕਈ ਜਪਜੀ ਸਾਹਿਬ ਜੀ ਦੇ ਪਾਠ ਵੀ ਨਾਲ ਕਰੀ ਜਾਂਦੇ ਨੇ। ਹੁਣ ਅਸੀਂ ਸਮਝਦੇ ਹਾਂ ਵੀ ਇਹ ਸਾਡੇ ਨਾਲ ਗੱਲਾਂ ਕਰ ਰਹੇ ਨੇ। ਅੰਤਰਾਤਮੇ ਉਹਨਾਂ ਦੇ ਜਪਜੀ ਸਾਹਿਬ ਜੀ ਦੇ ਪਾਠ, ਸੁਖਮਨੀ ਸਾਹਿਬ ਜੀ ਦੇ ਪਾਠ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਜਿਹੜਾ ਉਹ ਚੱਲਦਾ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹਨ ਸੰਤ। ਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੇ ਵਿਖਾਵੇ ਦੇ ਸੰਤ ਨੇ ਨਾ, ਉਹਨਾਂ ਦੇ ਬਾਰੇ ਵੀ ਆਸਾ ਵਿੱਚ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਕਿ ਐਸੇ ਸੰਤ ਨਾ ਮੋਕੋ ਭਾਵਹਿ, ਪੇਡਾ ਸਿਉ ਡਾਲਾ ਗਟਕਾਵਹਿ। ਸਾਧ ਸੰਗਤ ਜੀ ਐਸੇ ਸੰਤਾਂ ਦਾ ਵੀ ਜ਼ਿਕਰ ਕੀਤਾ ਹੈ, ਪਰ ਜਿਹੜੇ ਨਾਮ ਦੇ ਰਸੀਏ ਸੰਤ ਨੇ ਨਾ, ਉਹਨਾਂ ਦਾ ਵੀ ਜ਼ਿਕਰ ਸਤਿਗੁਰੂ ਜੀ ਨੇ ਵਾਰ-ਵਾਰ ਗੁਰਬਾਣੀ ਦੇ ਵਿੱਚ ਕੀਤਾ ਹੈ। ਜਿਨ ਕੇ ਹਿਰਦੇ ਵਸਿਆ ਮੇਰਾ ਹਰ ਹਰ, ਤੇ ਸੰਤ ਭਲੇ ਭਲ ਭਾਂਤ। ਜਿਨ੍ਹਾਂ ਦੇ ਹਿਰਦੇ ਵਿੱਚ ਹਰੇ ਭਰੇ ਕਰਨ ਵਾਲਾ ਹਰੀ ਵਾਹਿਗੁਰੂ ਪਰਮੇਸ਼ਰ ਵਸ ਗਿਆ, ਸਾਧ ਸੰਗਤ ਜੀ ਉਹ ਭਲੀ ਪ੍ਰਕਾਰ ਸੰਤ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਆਤਮ ਰਸ ਜਿਹ ਜਾਣਿਆ ਹਰ ਅੰਗ ਸਹਿਜੇ ਮਾਨ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਜਿਨ੍ਹਾਂ ਨੇ ਇੱਥੇ ਆ ਕੇ ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ, ਸਿਮਰਨ ਭਜਨ ਕੀਤਾ, ਸਾਧ ਸੰਗਤ ਜੀ ਉਹਨਾਂ ਦਾ ਆਤਮਿਕ ਰਸ ਪ੍ਰਾਪਤ ਕਰ ਲਿਆ। ਜਿਨ੍ਹਾਂ ਨੇ, ਉਹਨਾਂ ਦਾ ਆਇਆ ਸਫਲਾ ਹੈ, ਪਰਮਾਨੀਕ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੈ ਹੈ, ਓਏ ਮੋਇਆ ਨਾ ਜਾਹੀ ਛੋੜ। ਸਾਧ ਸੰਗਤ ਜੀ ਜਿਹੜੇ ਅਸਲੀ ਸੰਤ ਨੇ ਨਾ, ਪਰਮੇਸ਼ਰ ਦੇ ਪਿਆਰੇ, ਉਹ ਲੋਕ ਪਰਲੋਕ ਦੇ ਸਹਾਇਕ ਹੁੰਦੇ ਨੇ। ਇਸ ਲੋਕ ਵਿੱਚ ਵੀ ਸਹਾਇਤਾ ਕਰਦੇ ਨੇ, ਪਰਲੋਕ ਵਿੱਚ ਵੀ ਸਹਾਇਤਾ ਕਰਦੇ ਨੇ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਨਾਨਕ ਕੱਚੜਿਆਂ ਸਿਉ ਤੋੜ। ਹਜ਼ੂਰ ਕਹਿੰਦੇ ਜਿਹੜੇ ਕੱਚੇ ਪਿੱਲੇ ਨੇ, ਉਹਨਾਂ ਨਾਲੋਂ ਪ੍ਰੀਤੀ ਤੋੜ ਕੇ ਢੂੰਡ ਸੱਜਣ ਸੰਤ ਪੱਕਿਆ। ਜਿਹੜੇ ਪੱਕੇ ਨਾਮ ਦੇ ਰਸੀਏ ਨੇ, ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਇੱਕ ਮਿਕ ਹੋਏ ਨੇ। ਹਰ ਹਰ ਜਨ ਦੂਈ ਏਕ ਹੈ,
ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹੇ। ਐਸੇ ਜਿਹੜੇ ਪਰਮੇਸ਼ਰ ਦੇ ਪੱਕੇ ਸੰਤ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਭਾਈ ਢੂੰਡ ਕਰ, ਓਏ ਜੀਵੰਦੇ ਵਿਛੜੇ। ਉਹ ਜਿਹੜੇ ਕੱਚੇ ਪਿੱਲੇ ਨੇ ਨਾ, ਉਹ ਜਿਉਂਦਿਆਂ ਵਿਛੜ ਜਾਂਦੇ ਨੇ। ਉਹ ਵਿਭਚਾਰ ਕਰਕੇ, ਮਾੜੇ ਕਰਮ ਕਰਕੇ ਜੇਲ੍ਹਾਂ ਦੇ ਵਿੱਚ ਚਲੇ ਜਾਂਦੇ ਨੇ ਤੇ ਆਪਣੇ ਸਤ ਸੰਗੀਆਂ ਦਾ ਸਾਥ ਛੱਡ ਜਾਂਦੇ ਨੇ। ਪਰ ਓਏ ਮੋਇਆ ਨਾ ਜਾਹੀ ਛੋੜ, ਗੁਰਮੁਖੋ ਪਰਮੇਸ਼ਰ ਦੇ ਜਿਹੜੇ ਪੱਕੇ ਸੰਤ ਨੇ ਨਾ, ਉਹ ਮਰਨ ਤੋਂ ਬਾਅਦ ਵੀ ਇਸ ਜੀਵ ਦਾ ਸਾਥ ਨਹੀਂ ਛੱਡਦੇ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਜੇ ਕੋ ਜੀਓ ਕਹੈ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਜੇ ਨਾਮ ਦੇ ਰਸੀਆਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਕੋਈ ਜੀ ਆਇਆ ਵੀ ਆਖ ਦੇਵੇ ਤੇ ਸਾਧ ਸੰਗਤ ਜੀ ਉਹਨਾਂ ਨੂੰ ਫਿਰ ਜਮਾਂ ਦੀ ਤਲਬ ਨਹੀਂ ਹੁੰਦੀ। ਜਿਹੜਾ ਜਮਦੂਤ ਹੈ ਉਹਨਾਂ ਨੂੰ ਤਲਬ ਨਹੀਂ ਕਰ ਸਕਦਾ, ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੂੰ ਜੀ ਆਇਆ ਵੀ ਕਹਿ ਦਿੰਦੇ। ਜੇਕਰ ਆਉਂਦਾ ਇਤਿਹਾਸ ਦੇ ਅੰਦਰ, ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ, ਬਾਬਾ ਜੱਲਣ ਜੀ ਨਸ਼ਹਿਰੇ ਦੇ ਰਹਿਣ ਵਾਲੇ ਜੱਟ ਜ਼ਿਮੀਂਦਾਰ ਸਨ ਤੇ ਬੜੇ ਖੁੱਲੇ ਜਿਹੇ ਸੁਭਾਅ ਦੇ ਸਨ। ਇੱਕ ਵਾਰੀ ਕਹਿੰਦੇ ਉਹ ਗੰਢੇ ਲਾ ਰਹੇ ਸੀ ਤੇ ਕਿਸੇ ਨੇ ਜਾ ਕੇ ਪੁੱਛ ਲਿਆ ਵੀ ਰੱਬ ਦਾ ਪ੍ਰਾਪਤ ਕਰਨਾ, ਰੱਬ ਨੂੰ ਪਾਉਣਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤੇ ਉਹ ਹੱਸ ਕੇ ਕਹਿੰਦੇ ਨੇ ਵੀ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇੱਧਰ ਲਾਉਣਾ। ਉਹ ਗੰਢੇ ਲਾ ਰਹੇ ਸੀ। ਸਾਧ ਸੰਗਤ ਜੀ ਉਹਨਾਂ ਦੀ ਘਰਵਾਲੀ ਆਰਾਮ ਕੀ ਉਹਦਾ ਨਾਮ ਹੈ, ਸਾਖੀਕਾਰ ਨੇ ਜ਼ਿਕਰ ਕੀਤਾ ਹੈ। ਉਹਦਾ ਜਦੋਂ ਅੰਤ ਸਮਾਂ ਆਇਆ ਤੇ ਉਹ ਬਾਬਾ ਜੱਲਣ ਜੀ ਦੇ ਪਾਸ ਆਈ, ਆ ਕਰਕੇ ਬੇਨਤੀ ਕੀਤੀ, ਬਾਬਾ ਜੀ ਮੇਰਾ ਅੰਤ ਸਮਾਂ ਆ ਗਿਆ ਹੈ, ਮੈਂ ਹੁਣ ਪਰਲੋਕ ਨੂੰ ਜਾ ਰਹੀ ਹਾਂ। ਤੇ ਬਾਬਾ ਜੀ ਕਹਿਣ ਲੱਗੇ, ਆਰਾਮ ਜਨੀ ਸਾਡਾ ਇੱਕ ਮਿੱਤਰ ਹੈ ਤਾਂ ਉਹ ਪਟਵਾਰ ਦਾ ਕੰਮ ਕਰਦਾ ਸੀ, ਪਰ ਉਹ ਸਾਨੂੰ ਬੜਾ ਪਿਆਰ ਨਾਲ ਹੱਸ ਕੇ ਜੀ ਆਇਆਂ ਨੂੰ ਕਹਿੰਦਾ ਹੁੰਦਾ ਸੀ। ਉਹ ਥੋੜਾ ਸਮਾਂ ਤੇਰੇ ਤੋਂ ਪਹਿਲਾਂ ਚੜ੍ਹਾਈ ਕਰ ਗਿਆ ਹੈ ਤੇ ਤੂੰ ਹੁਣ ਪਰਲੋਕ ਨੂੰ ਜਾਣਾ ਹੈ, ਤੇ ਸਾਡਾ ਸੁਨੇਹਾ ਧਰਮ ਰਾਜੇ ਨੂੰ ਜਾ ਕੇ ਦੇ ਦੇਵੀਂ ਕਿ ਇਹ ਬਾਬੇ ਜੱਲਣ ਦਾ ਮਿੱਤਰ ਹੈ, ਇਹਨੂੰ ਕੁਛ ਨਾ ਆਖਿਓ, ਬਾਬੇ ਜੱਲਣ ਦਾ ਹੁਕਮ ਹੈ, ਬਾਬੇ ਜੱਲਣ ਦਾ ਹੁਕਮ ਹੈ ਕਿ ਇਹਨੂੰ ਕੁਛ ਨਾ ਆਖਿਓ। ਸਾਧ ਸੰਗਤ ਜੀ ਆਰਾਮ ਕੀ ਨੇ ਕਿਹਾ ਠੀਕ ਹੈ ਜੀ। ਉਹਨੇ 5 ਭੂਤਕ ਸਰੀਰ ਤਿਆਗਿਆ ਤੇ ਸਾਧ ਸੰਗਤ ਜੀ ਉਹ ਬੀਬੀ ਜਦੋਂ 5 ਭੂਤਕ ਸਰੀਰ ਤਿਆਗ ਕੇ ਪਰਲੋਕ ਨੂੰ ਗਈ, ਉਹਨੇ ਜਾ ਕੇ ਧਰਮ ਰਾਜੇ ਨੂੰ ਕਿਹਾ। ਵੇਖੋ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਨੇ ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪੁਨੀਤ। ਜਿਹੜੇ ਨਾਮ ਦੇ ਰਸੀਏ, ਪਰਮੇਸ਼ਰ ਦੇ ਪਿਆਰੇ ਕਿਤੇ ਧਰਮ ਰਾਜੇ ਦੇ ਕੋਲ ਜਾਂਦੇ ਨੇ ਤੇ ਧਰਮ ਰਾਜਾ ਉੱਠ ਕੇ ਉਹਨਾਂ ਦਾ ਮਾਣ ਸਤਿਕਾਰ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਰੇ ਰੇ ਦਰਗਹਿ ਕਹੇ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਉਹਨਾਂ ਦੀ ਦਰਗਾਹ ਦੇ ਵਿੱਚ ਕੋਈ ਨਰਾਦਰੀ ਨਹੀਂ ਕਰਦਾ। ਸਾਧ ਸੰਗਤ ਜੀ ਉਹਨਾਂ ਨੂੰ ਕੋਈ ਇਹ ਨਹੀਂ ਕਹਿੰਦਾ ਵੀ ਪਰਾਂ ਹਟ ਕਿੱਥੋਂ ਆਇਆ ਹੈ, ਨਹੀਂ, ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਮਾਣ ਸਤਿਕਾਰ ਦੇ ਕੇ ਬਿਠਾਇਆ ਜਾਂਦਾ ਹੈ। ਆਰਾਮ ਕੀ ਜਦੋਂ ਗਈ ਨਾ ਤੇ ਧਰਮ ਰਾਜਾ ਅੱਗੋਂ ਉੱਠ ਕੇ ਖਲੋ ਗਿਆ ਵੀ ਬਾਬੇ ਜੱਲਣ ਦੀ ਘਰਵਾਲੀ ਆਈ ਹੈ। ਹੱਥ ਜੋੜ ਕੇ ਪੁੱਛਿਆ ਦੱਸੋ ਜੀ। ਤੇ ਬੀਬੀ ਕਹਿਣ ਲੱਗੀ ਬਾਬਾ ਜੱਲਣ ਜੀ ਦਾ ਇਹ ਹੁਕਮ ਹੈ ਤੁਹਾਨੂੰ, ਉਹਨਾਂ ਦਾ ਇੱਕ ਮਿੱਤਰ ਥੋੜੇ ਦਿਨ ਪਹਿਲਾਂ ਤੁਸੀਂ ਲੈ ਕੇ ਆਏ ਹੋ, ਉਹ ਪਟਵਾਰ ਦਾ ਕੰਮ ਕਰਦਾ ਸੀ, ਪਟਵਾਰੀ ਸੀ, ਤੇ ਬਾਬਾ ਜੱਲਣ ਜੀ ਨੇ ਹੁਕਮ ਕੀਤਾ ਵੀ ਉਹਨੂੰ ਕੁਛ ਨਾ ਆਖਿਓ। ਹੱਥ ਜੋੜ ਕੇ ਧਰਮ ਰਾਜੇ ਨੇ ਕਿਹਾ ਠੀਕ ਹੈ, ਉਹਨੂੰ ਕੁਛ ਨਹੀਂ ਕਿਹਾ ਜਾਵੇਗਾ। ਸਾਧ ਸੰਗਤ ਜੀ ਉਹਨੂੰ ਬਰੀ ਕਰ ਦਿੱਤਾ ਗਿਆ। ਔਰ ਇਹ ਸਾਰਾ ਸੀਨ ਜਿਹੜਾ ਸੀ ਨਾ,
ਆਰਾਮ ਕੀ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ। ਸਾਖੀਕਾਰ ਲਿਖਦਾ ਵੀ ਰਾਮ ਕੀ ਜਿਹੜੀ ਸੀ ਨਾ ਉਹ ਫੇਰ ਸਰੀਰ ਵਿੱਚ ਆ ਗਈ, ਜਿੰਦਾ ਹੋ ਗਈ, ਜਿੰਦਾ ਹੋ ਗਈ, ਉੱਠ ਬੈਠੀ। ਤੇ ਬਾਬਾ ਜੱਲਣ ਜੀ ਪੁੱਛਣ ਲੱਗੇ ਭਾਗਵਾਨੇ ਤੂੰ ਫੇਰ ਆ ਗਈ ਐ? ਤੇ ਕਹਿਣ ਲੱਗੀ ਬਾਬਾ ਜੀ ਤੁਹਾਨੂੰ ਦੱਸਣ ਵਾਸਤੇ ਆਈ ਆ ਕਿ ਧਰਮ ਰਾਜੇ ਨੇ ਤੁਹਾਡਾ ਹੁਕਮ ਸੱਤ ਕਰਕੇ ਮੰਨ ਲਿਆ, ਤੁਹਾਡੇ ਮਿੱਤਰ ਨੂੰ ਬਰੀ ਕਰ ਦਿੱਤਾ ਹੈ, ਉਹਦੇ ਸਾਰੇ ਗੁਨਾਹ ਬਖਸ਼ ਦਿੱਤੇ ਨੇ, ਉਹਦਾ ਲੇਖਾ ਪੱਤਾ ਸਾਰਾ ਸਾਫ਼ ਕਰ ਦਿੱਤਾ ਹੈ। ਮੈਂ ਤੁਹਾਨੂੰ ਦੱਸਣ ਵਾਸਤੇ ਆਈ ਹਾਂ। ਤੇ ਬਾਬਾ ਜੱਲਣ ਜੀ ਕਹਿਣ ਲੱਗੇ ਰਾਮ ਕੀ ਸਾਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਤੂੰ ਜਾ ਕੇ ਸੁਨੇਹਾ ਦਿੱਤਾ ਸੀ, ਤੈਨੂੰ ਦੁਬਾਰਾ ਆਉਣ ਦੀ ਲੋੜ ਨਹੀਂ ਸੀ। ਸਾਧ ਸੰਗਤ ਜੀ ਧਰਮ ਰਾਜਾ ਵੀ ਉਹਨਾਂ ਦੀ ਸੇਵਾ ਕਰਦਾ ਹੈ ਜਿਹੜੇ ਪਰਮੇਸ਼ਰ ਦੇ ਪਿਆਰੇ ਨਾਮ ਨਾਲ ਜੁੜ ਜਾਂਦੇ ਨੇ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਔਰ ਗੁਰੂ ਕੀ ਬਾਣੀ ਪੜ੍ਹਦੇ ਨੇ, ਸੇਵਾ ਤੇ ਸਿਮਰਨ ਕਰਦੇ ਨੇ। ਧਰਮ ਰਾਜਾ ਵੀ ਉਹਨਾਂ ਦੀ ਸੇਵਾ ਕਰਦਾ, ਧਰਮ ਰਾਜਾ ਉਹਨਾਂ ਦਾ ਹੁਕਮ ਮੰਨਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਜਿਹੜੇ ਪੱਕੇ ਸੰਤ ਨੇ ਨਾ ਭਾਈ ਉਹਨਾਂ ਦੀ ਢੂੰਡ ਕਰ, ਉਹਨਾਂ ਨੂੰ ਆਪਣੇ ਸੱਜਣ ਬਣਾ, ਕੱਚਿਆਂ ਪਿੱਲਿਆਂ ਦੇ ਨਾਲ ਜਾਰੀ ਨਾ ਪਾ। ਇਹਨਾਂ ਨੇ ਤੇ ਇਸ ਲੋਕ ਵਿੱਚ ਵੀ ਤੇਰਾ ਸਾਥ ਨਹੀਂ ਨਿਭਾਉਣਾ ਤੇ ਪਰਲੋਕ ਵਿੱਚ ਤੇਰਾ ਸਾਥ ਕਿਵੇਂ ਨਿਭਾਉਣਗੇ। ਸਾਧ ਸੰਗਤ ਜੀ ਧੰਨ ਸਨ ਉਹ ਗੁਰਮੁਖ ਪਿਆਰੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦਾ ਸੰਗ ਕੀਤਾ ਅਤੇ ਮਹਾਨ ਕਠਿਨ ਤਪੱਸਿਆ ਕੀਤੀ। ਸਾਰੀ ਸਾਰੀ ਰਾਤ ਸਾਧ ਸੰਗਤ ਜੀ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਰਹਿਣਾ, ਸਿਮਰਨ ਭਜਨ ਕਰਦੇ ਰਹਿਣਾ ਔਰ ਘੋਰ ਤਪੱਸਿਆ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਇਹ ਪਦਵੀ ਨੂੰ ਹਾਸਲ ਪ੍ਰਾਪਤ ਕੀਤਾ। ਐਵੇਂ ਸੰਤ ਨਹੀਂ ਬਣ ਜਾਈਦਾ, ਲਿਬਾਸ ਪਾ ਕੇ ਕੋਈ ਸੰਤ ਨਹੀਂ ਬਣ ਜਾਂਦਾ। ਕੋਈ ਪਖੰਡ ਕਰਕੇ ਜੇ ਸੰਤ ਬਣ ਜਾਵੇ ਤੇ ਉਹਦਾ ਪਾਜ ਵੀ ਆਖਰ ਨੂੰ ਉਗੜ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ ਹੈ। ਹਜ਼ੂਰ ਕਹਿੰਦੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ, ਭਾਵੇਂ ਕੋਈ ਧਰਤੀ ਦੇ ਵਿੱਚ ਭੋਰਾ ਪੁੱਟ ਕੇ ਬਹਿ ਕੇ ਪਾਪ ਕਰੀ ਜਾਵੇ, ਸਾਧ ਸੰਗਤ ਜੀ ਉਹਦੇ ਪਾਪ ਵੀ ਆਖਰ ਨੂੰ ਨਸ਼ਰ ਹੋ ਜਾਂਦੇ ਨੇ। ਤੇ ਜਿਹੜੇ ਗੁਫਾਵਾਂ ਦੇ ਉੱਤੇ, ਧਰਤੀ ਦੇ ਉੱਤੇ ਗੁਫਾਵਾਂ ਬਣਾ ਕੇ ਪਾਪ ਕਰੀ ਜਾਂਦੇ, ਉਹਨਾਂ ਦੇ ਪਾਪ ਤਾਂ ਨਸ਼ਰ ਹੁੰਦੇ ਹੀ ਨੇ ਨਾ। ਆਪਾਂ ਵੇਖਦੇ ਹਾਂ ਸਤਿਗੁਰੂ ਕਿਰਪਾ ਕਰਨ ਆਪਾਂ ਮਹਾਂਪੁਰਖਾਂ ਦੀ ਯਾਦ ਅੰਦਰ ਸਾਰੇ ਜੁੜ ਬੈਠੇ ਹਾਂ। ਮਹਾਂਪੁਰਖਾਂ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਸਾਧ ਸੰਗਤ ਜੀ ਜਿਵੇਂ ਮਹਾਂਪੁਰਖ ਆਪ ਗੁਰੂ ਕੀ ਬਾਣੀ ਨਾਲ ਜੁੜੇ, ਉਹਨਾਂ ਨੇ ਘਾਲ ਕਮਾਈ ਕੀਤੀ। ਵੇਖੋ ਜਿਹੜੇ ਘਾਲ ਕਮਾਈ ਕਰਦੇ ਨੇ ਉਹਨਾਂ ਨੂੰ ਡਿਗਰੀਆਂ ਪ੍ਰਾਪਤ ਹੋ ਜਾਂਦੀਆਂ ਨੇ। ਆਪਾਂ ਸਮਾਜ ਵਿੱਚ ਵੀ ਵੇਖਦੇ ਹਾਂ ਜਿਹੜੇ ਬੱਚੇ ਚੰਗੇ ਪੜ੍ਹਾਈ ਕਰਦੇ ਨੇ ਨਾ, ਚੰਗੇ ਨੰਬਰ ਲੈ ਕੇ ਪਾਸ ਹੁੰਦੇ ਨੇ, ਗੁਰਮੁਖੋ ਉਹਨਾਂ ਨੂੰ ਡਿਗਰੀਆਂ ਪ੍ਰਾਪਤ ਹੁੰਦੀਆਂ ਨੇ। ਕੋਈ ਪ੍ਰੋਫੈਸਰ ਬਣ ਜਾਂਦਾ ਹੈ, ਕੋਈ ਪ੍ਰਿੰਸੀਪਲ ਬਣ ਜਾਂਦਾ ਹੈ, ਕੋਈ ਇੰਜੀਨੀਅਰ ਬਣ ਜਾਂਦਾ ਹੈ, ਕੋਈ ਡਾਕਟਰ ਬਣ ਜਾਂਦਾ ਹੈ। ਇਹ ਉਹਨਾਂ ਦੇ ਡਿਗਰੀਆਂ ਨੇ ਸਾਧ ਸੰਗਤ ਜੀ। ਤੇ ਜਿਹੜੇ ਪਰਮੇਸ਼ਰ ਦੇ ਨਾਲ ਜੁੜਦੇ ਨੇ, ਅੰਮ੍ਰਿਤ ਵੇਲਾ ਸੰਭਾਲਦੇ ਨੇ, ਘਾਲ ਘਾਲਣਾ ਕਰਦੇ ਨੇ, ਗੁਰਮੁਖੋ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਦਰੋਂ ਇਹ ਡਿਗਰੀਆਂ ਪ੍ਰਾਪਤ ਹੁੰਦੀਆਂ ਨੇ। ਸੰਤ ਸਾਧ ਬ੍ਰਹਮ ਗਿਆਨੀ ਸਾਧ ਸੰਗਤ ਜੀ ਇਹ ਉਹਨਾਂ ਦੀਆਂ ਡਿਗਰੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ। ਗੁਰੂ ਸਾਹਿਬ ਜੀ ਕਿਰਪਾ ਕਰਨ ਮੈਂ ਸਮੇਂ ਦੀ ਉਲੰਘਣਾ ਨਾ ਕਰਾਂ, ਕਿਉਂਕਿ ਮਹਾਂਪੁਰਖਾਂ ਨੇ ਆਪ ਜੀਆਂ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ ਅਤੇ ਗੁਰਬਾਣੀ ਦਾ ਕੀਰਤਨ ਦੀ ਸਾਂਝ ਕਰਨੀ ਹੈ। ਸਤਿਗੁਰੂ ਮਰਹਮਤ ਕਰਨ ਸਾਧ ਸੰਗਤ ਜੀ। ਐਸੇ ਸਤਿਪੁਰਖਾਂ ਦਾ ਸਤ ਸੰਗ ਕਰਨਾ ਗੁਰੂ ਕੇ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ, ਬਹੁਤ ਲਾਜ਼ਮੀ ਹੈ। ਜਿਹੜਾ ਆਪ ਤਰਿਆ ਹੋਵੇ ਨਾ ਉਹਦਾ ਸੰਗ ਕਰਾਂਗੇ ਤੇ ਤਰਨ ਦੀ ਜਾਚ ਆ ਜਾਵੇਗੀ। ਤੇ ਜੇ ਅਸੀਂ ਕਹੀ ਜਾਈਏ ਵੀ ਇਹਦਾ ਸੰਗ ਹੀ ਨਹੀਂ ਕਰਨਾ ਤੇ ਫਿਰ ਸਾਨੂੰ ਤਰਨ ਦੀ ਜਾਚ ਕਿਵੇਂ ਆਵੇਗੀ। ਸਾਧ ਸੰਗਤ ਜੀ ਕਿਸੇ ਬੰਦੇ ਦੇ ਕੋਲ ਕੋਈ ਗੁਣ ਹੋਵੇ
ਉਹਦਾ ਸੰਗ ਕਰਾਂਗੇ, ਉਹਦੇ ਨੇੜੇ ਲੱਗਾਂਗੇ, ਅਸੀਂ ਵੀ ਉਹਦੇ ਪਾਸੋਂ ਉਹ ਗੁਣ ਪ੍ਰਾਪਤ ਕਰ ਸਕਾਂਗੇ। ਪਰ ਜੇ ਅਸੀਂ ਕਹੀਏ ਵੀ ਅਸੀਂ ਇਹਦਾ ਸੰਗ ਹੀ ਨਹੀਂ ਕਰਨਾ, ਇਹਦੇ ਨੇੜੇ ਹੀ ਨਹੀਂ ਜਾਣਾ, ਤੇ ਫਿਰ ਆਪਾਂ ਉਹ ਗੁਣ ਕਿਵੇਂ ਪ੍ਰਾਪਤ ਕਰਾਂਗੇ? ਜਿਵੇਂ ਪਰਮੇਸ਼ਰ ਦੇ ਪਿਆਰਿਆਂ ਨੇ ਸਖਤ ਮਿਹਨਤ ਕੀਤੀ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸਾਧ ਸੰਗਤ ਜੀ, ਉਹਨਾਂ ਨੇ ਸਖਤ ਮਿਹਨਤ ਕੀਤੀ ਹੈ, ਰਾਤ ਦਿਨ ਇੱਕ ਕਰਕੇ ਨਾਮ ਨੂੰ ਧਿਆਉਣਾ ਕੀਤਾ, ਅਤੇ ਆਪ ਧਰੇ ਨੇ ਉਹਨਾਂ ਦੇ ਨਾਲ ਕਿਤਨੀ ਹੀ ਦੁਨੀਆ ਛੁੱਟ ਜਾਂਦੀ ਹੈ, ਵਿਕਾਰਾਂ ਤੋਂ, ਜਮਾਂ ਤੋਂ ਉਹਨਾਂ ਦਾ ਛੁਟਕਾਰਾ ਹੋ ਜਾਂਦਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਐਸੇ ਨਾਮ ਦੇ ਰਸੀਏ, ਸੇਵਾ ਦੇ ਪੁੰਜ, ਪੱਕੇ ਸੰਤ ਜਿਹੜੇ ਨੇ ਨਾ ਭਾਈ, ਉਹਨਾਂ ਦੀ ਢੂੰਡ ਕਰਨੀ ਚਾਹੀਦੀ ਆ, ਉਹਨਾਂ ਦੇ ਨਾਲ ਜੁੜਨਾ ਚਾਹੀਦਾ ਹੈ, ਤਾਂ ਕਿ ਸਾਡਾ ਜੀਵਨ ਜਿਹੜਾ ਹੈ ਸਫਲਾ ਹੋ ਸਕੇ। ਜਿਵੇਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਅਗੰਮੀ ਤਾਕਤ ਪ੍ਰਾਪਤ ਕੀਤੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ, ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗੰਮੀ ਤਾਕਤ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਬਾਬਾ ਬਲਬੀਰ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਯਾਦ ਸਮੂਹ ਮਹਾਂਪੁਰਖਾਂ ਦੇ ਨਾਲ ਮਿਲ ਕਰਕੇ ਔਰ ਰਾੜਾ ਸਾਹਿਬ ਜੀ ਦੀ ਜਥੇਬੰਦੀ ਦੇ ਸੰਪਰਦਾਇ ਨਾਲ ਮਿਲ ਕਰਕੇ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕੀਤਾ। ਬਾਬਾ ਬਲਬੀਰ ਸਿੰਘ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਇਹ ਇਸੇ ਤਰ੍ਹਾਂ ਹੀ ਆਪਣਾ ਜੀਵਨ ਜਿਹੜਾ ਹੈ ਉਹ ਮਹਾਂਪੁਰਖਾਂ ਦਾ ਸੰਗ ਕਰਕੇ ਸੋ ਸਫਲਾ ਕਰਦੇ ਰਹਿਣ, ਅਤੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ, ਸਤ ਸੰਗਤ ਨਾਲ ਜੋੜਦੇ ਰਹਿਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੰਤ ਬਾਬਾ ਰਾਮ ਸਿੰਘ ਸਾਹਿਬ ਜੀ, ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜਿਤਨੇ ਜਥੇ ਆ ਰਹੇ ਨੇ, ਆਏ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਤ ਬਾਬਾ ਬਲਜਿੰਦਰ ਸਿੰਘ ਸਾਹਿਬ ਜੀ, ਮੁਖੀ ਸੰਪਰਦਾਇ ਰਾੜਾ ਸਾਹਿਬ, ਉਹਨਾਂ ਨੇ ਵੀ ਸਾਧ ਸੰਗਤ ਜੀ ਸਮਾਪਤੀ ਤੇ ਦਰਸ਼ਨ ਦੇਣੇ ਨੇ, ਔਰ ਉਹਨਾਂ ਨੇ ਵੀ ਆਪ ਜੀਆਂ ਦੇ ਨਾਲ ਪ੍ਰਵਚਨ ਕਰਨੇ ਨੇ। ਸਤਿਗੁਰੂ ਮਿਹਰਮਤ ਕਰਨ, ਗੁਰੂ ਕੀ ਬਾਣੀ ਨਾਲ ਜੁੜ ਕੇ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਅੰਮ੍ਰਿਤ ਵੇਲਾ ਸੰਭਾਲ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰੀਏ। ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਸਾਧ ਸੰਗਤ ਜੀ, ਜਦੋਂ ਸਾਡਾ ਆਪਾ ਭਾਵ ਸਵਾਰ ਗਿਆ ਨਾ, ਅਸੀਂ ਗੁਰੂ ਸ਼ਬਦ ਨਾਲ ਜੁੜਾਂਗੇ ਤੇ ਅਸੀਂ ਸਵਰ ਜਾਵਾਂਗੇ। ਜਦੋਂ ਸਾਡਾ ਆਪਣਾ ਆਪ ਸਵਰ ਜਾਵੇਗਾ, ਫਿਰ ਸਾਡਾ ਪਰਮੇਸ਼ਰ ਨਾਲ ਮਿਲਾਪ ਹੋਵੇਗਾ। ਪਰਮੇਸ਼ਰ ਨਾਲ ਮਿਲਾਪ ਹੋ ਗਿਆ ਤੇ ਸਦਾ ਵਾਸਤੇ ਫਿਰ ਸਾਨੂੰ ਸੁੱਖ ਹੀ ਸੁੱਖ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਗੁਰੂ ਸਾਹਿਬ ਜੀ ਦਾ, ਮਹਾਂਪੁਰਖਾਂ ਦਾ, ਆਪ ਸਾਰੇ ਸਤ ਸੰਗੀਆਂ ਦਾ, ਸਤ ਸੰਗਤ ਦਾ, ਗੁਰਮੁਖਾਂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।